ਕਿਵੇਂ ਹੋ ਪਿਆਰੇ ਬੱਚਿਓ। ਲੋ ਤੁਹਾਡੀ ਦਾਦੀ ਫਿਰ ਤੋਂ ਆ ਗਈ ਹੈ ਕਹਾਣੀਆਂ ਦਾ ਪਿਟਾਰਾ ਲੈ ਕੇ। ਅੱਜ ਮੈਂ ਤੁਹਾਡੇ ਲਈ ਇੱਕ ਮਜ਼ੇਦਾਰ ਕਹਾਣੀ ਲੈ ਕੇ ਆਈ ਹਾਂ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਕਹਾਣੀ ਸੁਣਾਵਾਂ ਉਸ ਤੋਂ ਪਹਿਲਾਂ ਇਹ ਦੱਸੋ ਕਿ ਤੁਹਾਡੇ ਦੋਸਤਾਂ 'ਚ ਕੁਝ ਅਜਿਹੇ ਲੋਕ ਵੀ ਹੋਣਗੇ ਜੋ ਵੱਡੀਆਂ ਗੱਲਾਂ ਕਰਦੇ ਨੇ, ਪਰ ਆਖਿਰ ਵਿੱਚ ਉਹਨਾਂ ਦੀਆਂ ਗੱਲਾਂ ਵਿੱਚ ਕੋਈ ਦਮ ਨਹੀਂ ਹੁੰਦਾ। ਪਰ ਜਦੋਂ ਉਹ ਗੱਲਾਂ ਕਰਦੇ ਹਨ ਤਾਂ ਤੁਹਾਡੇ ਵਿੱਚੋਂ ਕੁਝ ਲੋਕ ਉਹਨਾਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਵੀ ਹੋ ਜਾਂਦੇ ਹੋਣਗੇ। ਬੱਚਿਓ, ਅਜਿਹੇ ਲੋਕ ਹਮੇਸ਼ਾ ਅੰਦਰੋਂ ਖੋਖਲੇ ਹੀ ਹੁੰਦੇ ਹਨ। ਚਲੋ ਅੱਜ ਇਸ ਕਹਾਣੀ ਰਾਹੀਂ ਮੈਂ ਤੁਹਾਨੂੰ ਇਹ ਸਮਝਾਉਂਦੀ ਹਾਂ। ਕਈ ਸਾਲ ਪੁਰਾਣੀ ਗੱਲ ਹੈ। ਚੋਲਾਨਗਰ ਨਾਂ ਦੇ ਇੱਕ ਰਾਜ ਵਿੱਚ ਸ਼ੰਭੂ ਨਾਮ ਦਾ ਇੱਕ ਰਾਜਾ ਰਾਜ ਕਰਦਾ ਸੀ। ਉਹ ਰਾਜਾ ਬਹੁਤ ਹੀ ਦਇਆਵਾਨ ਸੀ। ਇੱਕ ਵਾਰ ਰਾਜਾ ਸ਼ੰਭੂ ਦੇ ਰਾਜ ਤੇ ਗੁਆਂਢੀ ਰਾਜਾ ਨੇ ਹਮਲਾ ਕਰ ਦਿੱਤਾ। ਦੋਨਾਂ ਰਾਜਿਆਂ ਦੀਆਂ ਸੈਨਾਵਾਂ ਵਿੱਚ ਭਿਆਨਕ ਯੁੱਧ ਹੋਇਆ। ਇਹ ਯੁੱਧ ਜੰਗਲ ਦੇ ਲਾਗੇ ਇੱਕ ਮੈਦਾਨ 'ਚ ਹੋਇਆ। ਉਸ ਯੁੱਧ ਵਿੱਚ ਰਾਜਾ ਸ਼ੰਭੂ ਦੀ ਜਿੱਤ ਹੋਈ। ਯੁੱਧ ਖਤਮ ਹੋਣ ਤੋਂ ਅਗਲੇ ਦਿਨ ਰਾਜ ਵਿੱਚ ਢੋਲ ਵਜਾਇਆ ਗਿਆ। ਜਿਸ ਸਮੇਂ ਢੋਲ ਵਜਾਇਆ ਜਾ ਰਿਹਾ ਸੀ ਉਦੋਂ ਜ਼ੋਰ ਨਾਲ ਹਨੇਰੀ ਚੱਲਣ ਲੱਗੀ। ਹਨੇਰੀ ਇੰਨੀ ਤੇਜ਼ ਚੱਲ ਰਹੀ ਸੀ ਕਿ ਢੋਲ ਵਜਾਉਣ ਵਾਲੇ ਦੀ ਪਕੜ ਤੋਂ ਢੋਲ ਛੁੱਟ ਗਿਆ। ਕਿਉਂਕਿ ਉੱਥੇ ਢਲਾਨ ਸੀ, ਇਸ ਲਈ ਢੋਲ ਥੱਲੇ ਲੁੜਕਣ ਲੱਗ ਗਿਆ ਅਤੇ ਉਹ ਲੁੜਕਦਾ ਇੱਕ ਜੰਗਲ ਦੇ ਦਰਖਤ ਵਿੱਚ ਜਾ ਫਸਿਆ। ਹੁਣ ਹੋਇਆ ਇਹ ਕਿ ਤੇਜ਼ ਹਵਾ ਕਾਰਨ ਦਰਖਤ ਦੀਆਂ ਟਾਹਣੀਆਂ ਢੋਲ ਉੱਤੇ ਵੱਜਦੀਆਂ ਜਾ ਰਹੀਆਂ ਸੀ ਅਤੇ ਢੋਲ ਦਮਾਦਮ ਵੱਜਣ ਲੱਗਾ। ਉਸੇ ਜੰਗਲ ਵਿੱਚ ਇੱਕ ਗਿੱਦੜ ਵੀ ਰਹਿੰਦਾ ਸੀ। ਉਹ ਗਿੱਦੜ ਖਾਣ ਦੀ ਤਲਾਸ਼ ਵਿੱਚ ਇੱਧਰ ਉੱਧਰ ਭਟਕ ਰਿਹਾ ਸੀ। ਅਚਾਨਕ ਉਸਨੂੰ ਢੋਲ ਦੀ ਆਵਾਜ਼ ਆਈ। ਗਿੱਦੜ ਨੇ ਇਹ ਆਵਾਜ਼ ਕਦੇ ਸੁਣੀ ਨਹੀਂ ਸੀ। ਬਸ ਫਿਰ ਕੀ ਸੀ, ਢੋਲ ਦੀ ਆਵਾਜ਼ ਸੁਣ ਕੇ ਉਹ ਘਬਰਾ ਗਿਆ। ਜਿੱਥੇ ਢੋਲ ਦੀ ਆਵਾਜ਼ ਆ ਰਹੀ ਸੀ ਗਿੱਦੜ ਉਸ ਵੱਲ ਜਾਣ ਲੱਗਾ। ਗਿੱਦੜ ਸੋਚਣ ਲੱਗਾ, ਆਖਿਰ ਦੇਖੀਏ ਤਾਂ ਸਹੀ ਕਿ ਭਿਆਨਕ ਆਵਾਜ਼ ਵਾਲਾ ਜਾਨਵਰ ਆਖਿਰ ਹੈ ਕੌਣ। ਇਹ ਉੱਡਦਾ ਹੈ ਜਾਂ ਫਿਰ ਜ਼ਮੀਨ ਤੇ ਹੀ ਚੱਲਦਾ ਹੈ। ਗਿੱਦੜ ਝਾੜੀਆਂ ਦੇ ਪਿੱਛੇ ਲੁਕ ਕੇ ਢੋਲ ਉੱਤੇ ਨਜ਼ਰ ਰੱਖਣ ਲੱਗਾ। ਉਦੋਂ ਹੀ ਦਰਖਤ ਤੋਂ ਹੇਠਾਂ ਆਉਂਦੀ ਹੋਈ ਇੱਕ ਗਲੈਰੀ ਕੁੱਦ ਕੇ ਢੋਲ ਉੱਤੋਂ ਉਤਰੀ। ਜਿਵੇਂ ਹੀ ਉਸਦੇ ਪੈਰ ਢੋਲ ਉੱਤੇ ਪਏ ਹਲਕੀ ਜਿਹੀ ਆਵਾਜ਼ ਫੇਰ ਹੋਈ। ਗਲੈਰੀ ਢੋਲ ਉੱਤੇ ਬੈਠ ਗਈ ਤੇ ਦਾਣਾ ਕੁਤਰਨ ਲੱਗੀ। ਗਿੱਦੜ ਇਹ ਸਭ ਕੇ ਮਨ ਹੀ ਮਨ ਬੜਬੜਾਇਆ, ਓ ਇਹ ਤਾਂ ਕੋਈ ਖਤਰਨਾਕ ਜੀਵ ਲੱਗਦਾ ਹੈ, ਪਰ ਮੈਨੂੰ ਇਸ ਤੋਂ ਡਰਨਾ ਨਹੀਂ ਚਾਹੀਦਾ। ਗਿੱਦੜ ਫੂਕ ਕੇ ਕਦਮ ਰੱਖਦਾ ਹੋਇਆ ਢੋਲ ਕੋਲ ਪਹੁੰਚਿਆ। ਉਸਨੂੰ ਸੁੰਘਣ ਲੱਗਾ। ਗਿੱਦੜ ਨੂੰ ਢੋਲ ਦਾ ਨਾ ਤਾਂ ਸਿਰ ਨਜ਼ਰ ਆਇਆ ਅਤੇ ਨਾ ਹੀ ਪੈਰ। ਉਦੋਂ ਹੀ ਹਵਾ ਦੇ ਚੌਂਕੇ ਨਾਲ ਟਾਹਣੀਆਂ ਢੋਲ ਨਾਲ ਟਕਰਾਈਆਂ ਤੇ ਦਮ ਦੀ ਆਵਾਜ਼ ਹੋਈ। ਆਵਾਜ਼ ਸੁਣਦੇ ਹੀ ਗਿੱਦੜ ਪਿੱਛੇ ਜਾ ਡਿੱਗਿਆ। ਗਿੱਦੜ ਉੱਠਣ ਦੀ ਕੋਸ਼ਿਸ਼ ਕਰਦਾ ਹੋਇਆ ਬੋਲਿਆ, ਹੁਣ ਸਮਝ ਆਇਆ, ਜਾਨਵਰ ਤਾਂ ਇਸ ਦੇ ਅੰਦਰ ਹੈ, ਇਹ ਤਾਂ ਸਿਰਫ ਬਾਹਰ ਦਾ ਖੋਲ ਹੈ। ਗਿੱਦੜ ਮਨ ਹੀ ਮਨ ਇਹ ਸੋਚ ਕੇ ਖੁਸ਼ ਹੋਣ ਲੱਗਾ ਕਿ ਆਵਾਜ਼ ਦੱਸ ਰਹੀ ਹੈ ਜੇ ਕੋਈ ਜਾਨਵਰ ਇਸ ਖੋਲ ਦੇ ਅੰਦਰ ਰਹਿੰਦਾ ਹੈ ਤਾਂ ਉਹ ਬਹੁਤ ਹੀ ਮੋਟਾ ਤਾਜ਼ਾ ਹੋਣਾ ਚਾਹੀਦਾ ਹੈ, ਚਰਬੀ ਨਾਲ ਭਰਿਆ ਹੋਇਆ ਹੋਣਾ ਚਾਹੀਦਾ ਹੈ, ਪਰ ਇਸ ਦਾ ਸ਼ਿਕਾਰ ਕਰਕੇ ਤਾਂ ਮਜ਼ਾ ਹੀ ਆ ਜਾਵੇਗਾ। ਗਿੱਦੜ ਮਨ ਹੀ ਮਨ ਇਹ ਸੋਚ ਕੇ ਖੁਸ਼ ਹੋਣ ਲੱਗਾ ਕਿ ਆਵਾਜ਼ ਦੱਸ ਰਹੀ ਹੈ ਕਿ ਜੇ ਕੋਈ ਜਾਨਵਰ ਇਸ ਖੋਲ ਦੇ ਅੰਦਰ ਰਹਿੰਦਾ ਹੈ ਤਾਂ ਉਹ ਮੋਟਾ ਤਾਜ਼ਾ ਹੋਣਾ ਚਾਹੀਦਾ ਹੈ, ਚਰਬੀ ਨਾਲ ਭਰਿਆ ਹੋਇਆ ਹੋਣਾ ਚਾਹੀਦਾ ਹੈ, ਇਸ ਦਾ ਸ਼ਿਕਾਰ ਕਰਕੇ ਤਾਂ ਮਜ਼ਾ ਹੀ ਆ ਜਾਵੇਗਾ। ਗਿੱਦੜ ਇਹ ਸੋਚਦਾ ਹੋਇਆ ਆਪਣੀ ਪਤਨੀ ਕੋਲ ਪਹੁੰਚਿਆ। ਆਪਣੀ ਗੁਫਾ ਵਿੱਚ ਆਉਂਦਿਆਂ ਹੀ ਗਿੱਦੜ ਬੋਲਿਆ, ਉਹ ਗਿੱਦੜੀਏ, ਦਾਵਤ ਖਾਣ ਲਈ ਤਿਆਰ ਹੋ ਜਾ, ਅੱਜ ਇੱਕ ਮੋਟਾ ਤੇ ਤਾਜ਼ਾ ਸ਼ਿਕਾਰ ਦਾ ਪਤਾ ਲਗਾ ਕੇ ਆਇਆ ਹਾਂ। ਗਿੱਦੜੀ ਨੇ ਪੁੱਛਿਆ, ਅੱਛਾ, ਜੇ ਅਜਿਹੀ ਗੱਲ ਹੈ ਤਾਂ ਉਸ ਨੂੰ ਮਾਰ ਕੇ ਕਿਉਂ ਨਹੀਂ ਲੈ ਕੇ ਆਏ? ਗਿੱਦੜ ਨੇ ਉਸ ਨੂੰ ਤਾਨਾ ਦਿੰਦੇ ਹੋਏ ਕਿਹਾ, ਕਿਉਂਕਿ ਮੈਂ ਤੇਰੇ ਵਰਗਾ ਮੂਰਖ ਨਹੀਂ ਹਾਂ। ਉਹ ਜੀਵ ਇੱਕ ਖੋਲ ਵਿੱਚ ਲੁਕ ਕੇ ਬੈਠਾ ਹੈ। ਉਹ ਅਜਿਹਾ ਖੋਲ ਹੈ ਕਿ ਉਸ ਦੇ ਦੋਵੇਂ ਪਾਸੇ ਸੁੱਕੀ ਚਮੜੀ ਦੇ ਦਰਵਾਜ਼ੇ ਹਨ। ਜੇਕਰ ਮੈਂ ਇੱਕ ਪਾਸੇ ਤੋਂ ਹੱਥ ਪਾ ਕੇ ਉਸ ਨੂੰ ਫੜਨ ਦੀ ਕੋਸ਼ਿਸ਼ ਕਰਦਾ ਤਾਂ ਉਹ ਦੂਜੇ ਪਾਸੇ ਤੋਂ ਭੱਜ ਜਾਂਦਾ, ਇਸ ਲਈ ਮੈਂ ਉਸ ਨੂੰ ਨਹੀਂ ਫੜਿਆ। ਗਿੱਦੜ ਦੀ ਇਹ ਗੱਲ ਸੁਣ ਕੇ ਗਿੱਦੜੀ ਦੇ ਮੂੰਹ ਵਿੱਚ ਵੀ ਪਾਣੀ ਆ ਗਿਆ। ਜਦੋਂ ਹੀ ਗਿੱਦੜ ਤੇ ਉਸਦੀ ਘਰਵਾਲੀ ਦੋਵੇਂ ਢੋਲ ਦੇ ਕੋਲ ਪਹੁੰਚੇ ਤਾਂ ਤੇਜ਼ ਹਵਾ ਚੱਲਣ ਲੱਗੀ। ਹਵਾ ਦੇ ਕਾਰਨ ਟਾਹਣੀਆਂ ਢੋਲ ਨਾਲ ਟਕਰਾਉਣ ਲੱਗੀਆਂ ਤੇ ਦਮ ਦੀ ਆਵਾਜ਼ ਆਉਣ ਲੱਗੀ। ਗਿੱਦੜ ਗਿੱਦੜੀ ਦੇ ਕੰਨ ਵਿੱਚ ਬੋਲਿਆ, ਸੁਣੀ ਉਸ ਦੀ ਆਵਾਜ਼? ਜ਼ਰਾ ਸੋਚ ਕੇ ਦੇਖ, ਜੇ ਆਵਾਜ਼ ਇੰਨੀ ਗਹਿਰੀ ਹੈ ਤਾਂ ਉਹ ਆਪ ਕਿੰਨਾ ਮੋਟਾ ਤਾਜ਼ਾ ਹੋਵੇਗਾ। ਗਿੱਦੜ ਗਿੱਦੜੀ ਢੋਲ ਦੇ ਦੋਵਾਂ ਪਾਸੇ ਬੈਠ ਗਏ ਤੇ ਦੰਦਾਂ ਨਾਲ ਢੋਲ ਦੀਆਂ ਦੋਵੇਂ ਚਮੜੀ ਵਾਲੇ ਪਾਸੇ ਭਾਗ ਦੇ ਕਿਨਾਰਿਆਂ ਨੂੰ ਫਾੜਨ ਲੱਗੇ। ਜਿਵੇਂ ਹੀ ਚਮੜੀਆਂ ਕੱਟਣੀਆਂ ਸ਼ੁਰੂ ਕੀਤੀਆਂ, ਗਿੱਦੜ ਬੋਲਿਆ, ਧਿਆਨ ਰੱਖੀ, ਇਕੱਠੇ ਹੱਥ ਅੰਦਰ ਪਾ ਕੇ ਸ਼ਿਕਾਰ ਨੂੰ ਫੜਾਂਗੇ। ਦੋਵਾਂ ਨੇ ਅਜਿਹਾ ਹੀ ਕੀਤਾ। ਦੋਨਾਂ ਨੇ ਹੱਥ ਢੋਲ ਦੇ ਅੰਦਰ ਪਾਇਆ ਤੇ ਅੰਦਰ ਕੁਝ ਲੱਭਣ ਲੱਗੇ, ਪਰ ਅੰਦਰ ਕੁਝ ਮਿਲਿਆ ਹੀ ਨਹੀਂ। ਦੋਵਾਂ ਦਾ ਸ਼ਿਕਾਰ ਨੂੰ ਲੱਭਦੇ ਹੋਏ ਇੱਕ ਦੂਜੇ ਦਾ ਹੱਥ ਆਪਸ ਵਿੱਚ ਮਿਲਿਆ। ਦੋਵਾਂ ਨੇ ਚਿল্লাਣਾ ਸ਼ੁਰੂ ਕਰ ਦਿੱਤਾ, ਇਸ ਵਿੱਚ ਤਾਂ ਕੋਈ ਹੈ ਹੀ ਨਹੀਂ। ਦੋਵਾਂ ਨੇ ਇਸ ਬੇਵਕੂਫੀ ਉੱਤੇ ਮੱਥਾ ਪਿੱਟਿਆ ਅਤੇ ਪੁੱਠੇ ਪੈਰ ਘਰ ਚਲੇ ਆਏ।
ਤਾਂ ਬੱਚਿਓ, ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ? ਬੱਚਿਓ, ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਵੱਡੀਆਂ ਗੱਲਾਂ ਮਾਰਨ ਵਾਲੇ ਅੰਦਰੋਂ ਖੋਖਲੇ ਹੁੰਦੇ ਨੇ। ਇਸ ਲਈ ਸਾਨੂੰ ਝੂਠੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਬੇਵਜ੍ਹਾ ਝੂਠੀਆਂ ਗੱਲਾਂ ਦਾ ਮਾਹੌਲ ਨਹੀਂ ਬਣਾਉਣਾ ਚਾਹੀਦਾ। ਦੂਜਿਆਂ ਨੂੰ ਪ੍ਰਭਾਵਿਤ ਕਰਨ ਲਈ ਝੂਠ ਦਾ ਸਹਾਰਾ ਬਿਲਕੁਲ ਨਹੀਂ ਲੈਣਾ ਚਾਹੀਦਾ, ਨਹੀਂ ਤਾਂ ਹਾਲ ਟੋਰ ਵਰਗਾ ਹੀ ਹੋ ਜਾਂਦਾ ਹੈ। ਕਿਉਂ, ਸਮਝ ਗਏ ਨਾ ਬੱਚਿਓ? ਤਾਂ ਬੱਚਿਓ, ਹੁਣ ਮੈਂ ਚੱਲਦੀ ਹਾਂ, ਫਿਰ ਮਿਲਾਂਗੀ ਤੁਹਾਨੂੰ ਇੱਕ ਨਵੀਂ ਕਹਾਣੀ ਨਾਲ।